ਸਹੇਲੀਆਂ ਬਣਾ ਕੇ ਰੱਖੀਆਂ ਕਮਾਨ ਵਾਂਗੂ ਤਿੱਖੀਆਂ। ਸੋ ਪੰਜਾਬੀ ਗੀਤਾਂ ਦੇ ਵਿੱਚ ਅਕਸਰ ਹੀ ਮੁਟਿਆਰ ਦੀ ਖੂਬਸੂਰਤੀ ਨੂੰ ਬਿਆਨਦੇ ਹੋਏ ਸਹੇਲੀਆਂ ਪਰਵੱਟੇ ਯਾਨੀ ਕਿ ਆਈਬ੍ਰੋਜ਼ ਦੀ ਗੱਲ ਹੁੰਦੀ ਹੈ, ਕਿਉਂਕਿ ਅੱਖਾਂ ਤੋਂ ਬਾਅਦ ਦੂਜਾ ਐਸਾ ਹਿੱਸਾ ਆ ਜੋ ਮੁਟਿਆਰ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਾ ਦਿੰਦਾ ਹੈ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਪਨ ਕੌਰ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖੂਬਸੂਰਤ। ਸੋ ਖੂਬਸੂਰਤ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪਰਵੱਟਿਆਂ ਦੀ, ਕਿਸ ਤਰ੍ਹਾਂ ਦੇ ਨਾਲ ਜੋ ਪਰਵੱਟੇ ਹਨ ਉਹਨਾਂ ਨੂੰ ਖੂਬਸੂਰਤ ਰੱਖਿਆ ਜਾ ਸਕਦਾ ਹੈ, ਜਿਸ ਦੇ ਨਾਲ ਸਾਡਾ ਚਿਹਰਾ ਜੋ ਹੈ ਉਹ ਹੋਰ ਵੀ ਸੁੰਦਰ ਲੱਗੇ। ਸੋ ਅੱਜ ਦੇ ਸਾਡੇ ਨਾਲ ਐਕਸਪਰਟ ਮੌਜੂਦ ਨੇ ਸੰਦੀਪ ਜੀ, ਜੋ ਕਿ ਸਕਿਨ, ਹੇਅਰ ਅਤੇ ਮੇਕਅਪ ਦੇ ਵਿੱਚ ਐਕਸਪਰਟ ਨੇ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਸੋ ਮੈਮ, ਜਿਵੇਂ ਕਿ ਅੱਜ ਅਸੀਂ ਪਰਵੱਟਿਆਂ ਦੀ ਖੂਬਸੂਰਤੀ ਦੇ ਬਾਰੇ ਦੇ ਵਿੱਚ ਗੱਲ ਕਰਨੀ ਹੈ, ਪਹਿਲਾਂ ਤੇ ਕੁਝ ਕੁਦਰਤੀ ਤਰੀਕੇ ਦੇ ਨਾਲ ਕਿਵੇਂ ਇਸ ਦਿੱਖ ਨੂੰ ਖੂਬਸੂਰਤ ਰੱਖਿਆ ਜਾ ਸਕਦਾ ਹੈ, ਉਹਦੇ ਬਾਰੇ ਦੱਸੋ। ਹਾਂਜੀ, ਜਿੱਦਾਂ ਤੁਸੀਂ ਥ੍ਰੈਡਿੰਗ ਦੀ ਗੱਲ ਕਰਦੇ ਆ, ਲੜਕੀਆਂ ਲਈ ਸਭ ਤੋਂ ਮੇਨ ਚੀਜ਼ ਹੁੰਦੀ ਹੈ ਉਹਨਾਂ ਦਾ ਫੇਸ, ਤੇ ਸਾਡੇ ਫੇਸ ਲਈ ਸਭ ਤੋਂ ਜ਼ਰੂਰੀ ਹੁੰਦੇ ਆ ਸਾਡੇ ਆਈਬ੍ਰੋਜ਼ ਨੂੰ ਸਾਡੇ ਫੇਸ ਦਾ ਫਰੇਮ ਕਹਿੰਦੇ ਆ। ਤੇ ਜਦੋਂ ਅਸੀਂ ਕਿਸੇ ਦੇ ਫੇਸ ਵੱਲ ਦੇਖਦੇ ਆ, ਸਾਡਾ ਧਿਆਨ ਸਿੱਧਾ ਉਹਨਾਂ ਦੇ ਆਈਬ੍ਰੋਜ਼ ਵੱਲ ਜਾਂਦਾ ਹੈ। ਤੇ ਸਾਡੇ ਆਈਬ੍ਰੋਜ਼ ਸੋਹਣੇ ਹੋਣੇ ਬਹੁਤ ਜ਼ਰੂਰੀ ਨੇ। ਉਹਦੇ ਲਈ ਬਹੁਤ ਚੀਜ਼ਾਂ ਨੇ, ਅਸੀਂ ਉਹਨਾਂ ਨੂੰ ਕਿੱਦਾਂ ਸੋਹਣੇ ਬਣਾ ਸਕਦੇ ਆ, ਉਹਨਾਂ ਦੀ ਸ਼ੇਪ ਕਿੱਦਾਂ ਬਣਾ ਸਕਦੇ ਆ, ਜਿਹੜੇ ਅਨਵਾਂਟਡ ਹੇਅਰ ਹੁੰਦੇ ਉਹਨਾਂ ਨੂੰ ਕਿੱਦਾਂ ਰਿਮੂਵ ਕਰ ਸਕਦੇ ਆ। ਜੀ, ਸੋ ਕਿਹੜੀਆਂ ਚੀਜ਼ਾਂ ਨੇ ਅਸੀਂ ਕਰ ਸਕਦੇ, ਜਿਵੇਂ ਥ੍ਰੈਡਿੰਗ ਹੋ ਗਈ, ਇਸ ਦੇ ਨਾਲ ਅੱਜ ਕੱਲ੍ਹ ਆਧੁਨਿਕ ਟਾਈਮ ਦੇ ਵਿੱਚ ਲੇਜ਼ਰ ਦੇ ਨਾਲ ਵੀ ਬਹੁਤ ਕੁਝ ਆ ਗਿਆ। ਸੋ ਉਹਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸੋ। ਸਭ ਤੋਂ ਪਹਿਲਾਂ ਤਾਂ ਅਸੀਂ ਆਈਬ੍ਰੋਜ਼ ਦੇ ਲਈ ਥ੍ਰੈਡਿੰਗ ਹੀ ਕਰਦੇ ਹਾਂ। ਜਦੋਂ ਅਸੀਂ ਥ੍ਰੈਡਿੰਗ ਕਰਦੇ ਹਾਂ ਤੇ ਅੱਜ ਕੱਲ੍ਹ ਸਕਿਨ ਬਹੁਤ ਸੈਂਸਿਟਿਵ ਹੁੰਦੀ ਜਾ ਰਹੀ ਆ। ਜਿਨ੍ਹਾਂ ਦੀ ਸਕਿਨ ਬਹੁਤ ਪਤਲੀ ਹੁੰਦੀ ਆ, ਸੈਂਸਿਟਿਵ ਹੁੰਦੀ ਆ, ਉਹਨਾਂ ਦੇ ਲਈ ਹੋਰ ਬਹੁਤ ਕੁਝ ਆ ਰਿਹਾ ਹੈ। ਜਿੱਦਾਂ ਕਿ ਥ੍ਰੈਡ ਤੋਂ ਬਾਅਦ ਆ ਰਹੀ ਆ ਸਾਡੀ ਵੈਕਸ ਆਉਂਦੀ ਆ। ਅਸੀਂ ਵੈਕਸ ਦੇ ਨਾਲ ਅਨਵਾਂਟਡ ਹੇਅਰ ਜਿਹੜੇ ਆ ਉਹ ਰਿਮੂਵ ਕਰ ਸਕਦੇ ਹਾਂ। ਉਸ ਤੋਂ ਬਾਅਦ ਟੈਕਨੀਕਸ ਬਹੁਤ ਚੇਂਜ ਹੁੰਦੀਆਂ, ਲੇਜ਼ਰ ਆ ਰਹੀ ਆ ਜੀ, ਜਿਹਦੇ ਨਾਲ ਅਸੀਂ ਆਪਣੇ ਜਿਹੜੇ ਹੇਅਰ ਰਿਮੂਵ ਕਰ ਸਕਦੇ ਹਾਂ। ਫਿਰ ਉਹ ਚਾਹੇ ਫੇਸ ਦੇ ਹੋਣ ਜਾਂ ਥ੍ਰੈਡ ਦੇ ਹੋਣ, ਚਿਨ ਦੇ ਹੋਣ, ਸਾਰੇ ਹੇਅਰ। ਜੀ, ਸੋ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਥ੍ਰੈਡਿੰਗ ਦੀ। ਸੋ ਥ੍ਰੈਡਿੰਗ ਦੇ ਲਈ ਕਿਹੜੀਆਂ ਚੀਜ਼ਾਂ ਨੇ, ਕਿਉਂਕਿ ਅਸੀਂ ਦੇਖਦੇ ਹਾਂ ਹਰ ਇੱਕ ਥਾਂ 'ਤੇ ਕਿਤੇ ਵੀ ਜਾਓ ਸਲੂਨਸ ਦੇ ਵਿੱਚ ਥ੍ਰੈਡਿੰਗ ਦਾ ਹੁੰਦਾ, ਬਟ ਬਹੁਤ ਵਾਰ ਅਸੀਂ ਦੇਖਦੇ ਬਾਅਦ ਜਦੋਂ ਲੇਡੀਜ਼ ਕਰਵਾ ਕੇ ਬਾਹਰ ਆਉਂਦੀਆਂ, ਉਹਨਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਕਿ ਸਹੀ ਤਰੀਕੇ ਦੇ ਨਾਲ ਥ੍ਰੈਡਿੰਗ ਨਹੀਂ ਕੀਤੀ, ਸਾਡੀ ਸ਼ੇਪ ਵਿਗਾੜ ਦਿੱਤੀ ਹੈਗੀ ਹੈ। ਸੋ ਕਿਹੜੀਆਂ ਚੀਜ਼ਾਂ ਦਾ ਮੋਸਟਲੀ ਧਿਆਨ ਰੱਖਣਾ ਚਾਹੀਦਾ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਥ੍ਰੈਡਿੰਗ ਕਰਨ ਵਾਲੇ ਦੇ ਕੋਲ ਮੌਜੂਦ ਹੋਣੀਆਂ ਚਾਹੀਦੀਆਂ? ਥ੍ਰੈਡਿੰਗ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਥ੍ਰੈਡ, ਪਾਊਡਰ ਔਰ ਸੀਜ਼ਰ, ਸਾਡੇ ਜਿਹੜੇ ਟੂਲਸ ਹੁੰਦੇ ਆ ਉਹ ਸਾਨੂੰ ਚਾਹੀਦੇ ਆ। ਉਸ ਤੋਂ ਬਾਅਦ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਕਿਸੇ ਨੂੰ ਕੰਪਲੇਂਟਸ ਰਹਿੰਦੀਆਂ ਆ ਕਲਾਇੰਟਸ ਨੂੰ ਕਿ ਸਾਡੇ ਆਈਬ੍ਰੋਜ਼ ਸਹੀ ਨਹੀਂ ਆ, ਉਹਦੇ ਲਈ ਅਸੀਂ ਆਪਣੇ ਸੈਲੂਨ 'ਚ ਜਿਹੜੇ ਅਸੀਂ ਆਈਬ੍ਰੋਜ਼ ਕਰਦੇ ਆ, ਉਹ ਅਸੀਂ ਫੇਸ ਉਹਨਾਂ ਦੇ ਆਈਜ਼ ਦੇ ਅਕੋਰਡਿੰਗ ਕਰਦੇ ਆ। ਕਿੱਦਾਂ ਦਾ ਉਹਨਾਂ ਦੀਆਂ ਆਈਜ਼ ਕਿੱਦਾਂ ਦੀਆਂ ਹੈਗੀਆਂ, ਉਹਨਾਂ ਦਾ ਫੇਸ ਕਿੱਦਾਂ ਦਾ ਹੈਗਾ ਆ, ਜਿਹਨੂੰ ਅਸੀਂ ਇਨਹਾਂਸ ਕਰ ਸਕੀਏ ਉਹਨਾਂ ਦੇ ਆਈਬ੍ਰੋਜ਼ ਦੇ ਨਾਲ। ਜੀ ਮੈਮ, ਥੋੜ੍ਹਾ ਜਿਹਾ ਦੱਸ ਸਕਦੇ, ਲਾਈਕ ਜੇ ਕਿਸੇ ਦੀਆਂ ਆਈਜ਼ ਬਰੀਕ ਨੇ ਤਾਂ ਉਸਨੂੰ ਆਈਬ੍ਰੋ ਸ਼ੇਪ ਕਿੱਦਾਂ? ਹਾਂਜੀ, ਆਈਬ੍ਰੋਜ਼ ਜਿੰਨੇ ਮਤਲਬ ਪੀਪਲਸ ਹੁੰਦੇ ਆ, ਸਾਰੇ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਫੀਚਰ ਹੁੰਦੇ ਆ, ਫੇਸ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਆਈਜ਼ ਹੁੰਦੀਆਂ। ਜਦੋਂ ਅਸੀਂ ਥ੍ਰੈਡਿੰਗ ਕਰਦੇ ਆ, ਅਸੀਂ ਆਈਬ੍ਰੋਜ਼ ਕਰਦੇ ਆ, ਤੇ ਅਸੀਂ ਦੇਖਦੇ ਆ ਕਿ ਜੇ ਕਿਸੇ ਦੀਆਂ ਆਈਜ਼ ਛੋਟੀਆਂ ਨੇ ਤੇ ਅਸੀਂ ਉਹਨਾਂ ਦੇ ਆਈਬ੍ਰੋਜ਼ ਇੱਦਾਂ ਬਣਾਉਂਦੇ ਆ ਕਿ ਉਹਨਾਂ ਦੀਆਂ ਆਈਜ਼ ਵੱਡੀਆਂ ਲੱਗਣ। ਜੀ, ਹਰ ਕਿਸੇ ਦੀ ਆਈਬ੍ਰੋਜ਼ ਦੀ ਸ਼ੇਪ ਹੁੰਦੀ ਆ, ਫਿਰ ਅਸੀਂ ਉਹਦੇ ਨਾਲ ਉਹਨਾਂ ਦਾ ਫੇਸ ਚੇਂਜ ਕਰ ਸਕਦੇ ਆ। ਜੀ, ਸੋ ਪ੍ਰਿਆ ਜੀ ਇੱਥੇ ਸਾਡੇ ਨਾਲ ਮੌਜੂਦ ਨੇ। ਸੋ ਇਹਨਾਂ ਦੇ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਕਿਹੜਾ ਸਮਾਨ ਕਿਵੇਂ ਯੂਜ਼ ਕਰਕੇ ਜਿਹੜੀ ਹੈ ਥ੍ਰੈਡਿੰਗ ਕੀਤੀ ਜਾਂਦੀ ਹੈ। ਤੁਸੀਂ ਦੇਖੋ, ਜਿੱਦਾਂ ਇਹਨਾਂ ਦੀਆਂ ਆਈਜ਼ ਆ ਨਾ ਜੀ, ਇੱਕ ਪਰਫੈਕਟ ਜਿਹੜੀਆਂ ਆਈਜ਼ ਹੁੰਦੀਆਂ, ਪਰਫੈਕਟ ਆਈਜ਼ ਦੇ ਜਿਹੜੇ ਆਈਬ੍ਰੋ ਬਣਦੇ ਆ, ਉਹ ਸਾਡੇ ਆਈਜ਼ ਦੇ ਇਨਰ ਕਾਰਨਰ ਤੋਂ ਸਟਾਰਟ ਹੁੰਦੇ ਆ। ਜੀ, ਠੀਕ ਆ। ਇਹਨਾਂ ਦੇ ਆਈਬ੍ਰੋਜ਼ ਪਰਮਾਨੈਂਟ ਬਣੇ ਹੋਏ ਆ, ਲੇਕਿਨ ਅਗਰ ਅਸੀਂ ਇਹਨਾਂ ਦੀ ਥ੍ਰੈਡਿੰਗ ਕਰਦੇ ਆ ਨਾ, ਤੇ ਅਸੀਂ ਇਹਨਾਂ ਦੇ ਆਈਬ੍ਰੋਜ਼ ਜਿਹੜੇ ਆ ਇਹ ਅਸੀਂ ਆਈਜ਼ ਦੇ ਇਨਰ ਕਾਰਨਰ ਤੋਂ ਸਟਾਰਟ ਕਰਾਂਗੇ। ਠੀਕ ਆ, ਇਨਰ ਕਾਰਨਰ ਤੋਂ ਸਟਾਰਟ ਕਰਕੇ ਅਸੀਂ ਇਹਨਾਂ ਦਾ ਆਰਕ ਬਣਾਵਾਂਗੇ। ਇਹਨਾਂ ਨੂੰ ਸਾਹਮਣੇ ਦਿਖਾ ਕੇ ਜਿਹੜਾ ਸਾਡੇ ਆਈ ਦਾ ਆਈ ਬਾਲ ਹੁੰਦਾ, ਅਸੀਂ ਨੋਜ਼ ਟਿਲ ਤੋਂ ਕਲਾਇੰਟ ਨੂੰ ਸਾਹਮਣੇ ਦਿਖਾ ਕੇ ਇੱਥੇ ਰੱਖ ਕੇ ਇੱਥੇ ਸਾਡਾ ਆਈਬ੍ਰੋ ਦਾ ਆਰਕ ਬਣਨਾ। ਜੀ, ਇਹ ਅਸੀਂ ਐਵੇਂ ਨਹੀਂ ਮਤਲਬ ਇਮੇਜਿਨ ਕਰਕੇ ਨਹੀਂ ਲੈ ਸਕਦੇ ਕਿ ਕਿੱਥੇ ਰੱਖਣਾ ਆ। ਇਹ ਸਾਡੀ ਇੱਕ ਟੈਕਨੀਕਲ ਪੁਆਇੰਟ ਹੁੰਦੇ ਆ ਕਿ ਕਿੱਥੋਂ ਆਈਬ੍ਰੋ ਸਟਾਰਟ ਹੋਣਾ ਆ, ਕਿੱਥੇ ਉਹਦਾ ਆਰਕ ਬਣਨਾ ਆ ਔਰ ਕਿੱਥੇ ਉਹ ਖਤਮ ਹੋਣਾ ਆ। ਤੇ ਇਹਨਾਂ ਦਾ ਜਿਹੜਾ ਆਈਬ੍ਰੋ ਆ ਉਹ ਸਾਡਾ ਖਤਮ ਕਿੱਥੇ ਹੋਣਾ ਆ, ਨੋਜ਼ ਟਿਲ ਤੋਂ ਜਿਹੜਾ ਆਈ ਦਾ ਆਊਟਰ ਕਾਰਨਰ ਆ, ਇੱਥੋਂ ਇੱਥੇ ਖਤਮ ਹੋਣਾ ਇਹਨਾਂ ਦਾ ਆਈਬ੍ਰੋ।
ਅਸੀਂ ਟੈਕਨੀਕਲੀ ਉਹ ਹਰ ਇੱਕ ਪੁਆਇੰਟ ਲੈ ਕੇ ਫਿਰ ਅਸੀਂ ਥ੍ਰੈਡ ਯੂਜ਼ ਕਰਦੇ ਹਾਂ ਜੀ। ਸੋ ਮਤਲਬ ਖੂਬਸੂਰਤੀ ਦੇ ਵਿੱਚ ਵੀ ਜਿਹੜਾ ਹੈਗਾ ਪੂਰਾ ਟੈਕਨੀਕ ਜਿਹੜੀ ਹੈਗੀ ਉਹਦੀ ਬਿਲਕੁਲ ਐਜੂਕੇਸ਼ਨ ਬਹੁਤ ਮੈਟਰ ਕਰਦੀ ਆ ਇਹਦੇ ਲਈ, ਮਤਲਬ ਪੂਰੀ ਸਟੱਡੀ ਹੁੰਦੀ ਆ। ਅਸੀਂ ਆਈਜ਼ ਪੜ੍ਹਦੇ ਆ, ਪਹਿਲਾਂ ਆਈਜ਼ ਪੜ੍ਹਾਉਂਦੇ ਆ ਕਿੰਨੇ ਤਰ੍ਹਾਂ ਦੀਆਂ ਆਈਜ਼ ਹੁੰਦੀਆਂ ਆ, ਹਰ ਇੱਕ ਆਈਜ਼ ਦੇ ਕਿੱਦਾਂ ਆਈਬ੍ਰੋਜ਼ ਬਣਨੇ। ਜਿਹੜੇ ਮੈਂ ਤੁਹਾਨੂੰ ਦੱਸੇ ਆਈਬ੍ਰੋਜ਼, ਇਹ ਇੱਕ ਪਰਫੈਕਟ ਆਈ ਦੇ ਆਈਬ੍ਰੋਜ਼ ਆ। ਜਿਨ੍ਹਾਂ ਦੀਆਂ ਪਰਫੈਕਟ ਆਈਜ਼ ਹੁੰਦੀਆਂ ਆ ਉਹਨਾਂ ਦੇ ਆਈਬ੍ਰੋਜ਼ ਇਸ ਤਰ੍ਹਾਂ ਬਣਦੇ ਆ। ਲੇਕਿਨ ਜਦੋਂ ਅਸੀਂ ਕਿਸੇ ਕਲਾਇੰਟ ਤੇ ਕੰਮ ਕਰਦੇ ਆ ਤੇ ਸਾਨੂੰ ਉਹਦੀ ਮੰਨਣੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਇੱਕ ਬੰਦੇ ਲਈ ਆਪਣੀ ਬਿਊਟੀ ਮੈਟਰ ਕਰਦੀ ਆ ਕਿ ਮੈਨੂੰ ਕੀ ਚਾਹੀਦਾ ਜੀ। ਇਸ ਕਰਕੇ ਅਸੀਂ ਮਤਲਬ ਉਹਨਾਂ ਨੂੰ ਸਮਝਾਉਣਾ ਆ, ਅਸੀਂ ਦੱਸਣਾ ਆ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਤੁਹਾਡੇ। ਲੇਕਿਨ ਅਗਰ ਉਸ ਬੰਦੇ ਨੂੰ ਉਹ ਚੀਜ਼ ਨਹੀਂ ਪਸੰਦ ਤੇ ਅਸੀਂ ਉਹਦੇ ਹਿਸਾਬ ਨਾਲ ਕਰਦੇ ਹਾਂ। ਸੋ ਮਤਲਬ ਉਹਨਾਂ ਦੀ ਵੀ ਜਿਹੜੀ ਰਾਏ ਆ ਉਹ ਵੀ ਉਨੀ ਹੀ ਮੈਟਰ ਕਰਦੀ ਆ। ਪਰ ਜੇ ਟੈਕਨੀਕਲੀ ਜਿਵੇਂ ਇਹਨਾਂ ਨੇ ਦੱਸਿਆ ਤਾਂ ਆਪਾਂ ਜੇਕਰ ਇਸ ਤਰ੍ਹਾਂ ਦੇ ਜਿਹੜਾ ਫੇਸ ਆ, ਮੋਟੀਆਂ ਅੱਖਾਂ ਹੈਗੀਆਂ ਤਾਂ ਉਹਦੇ ਲਈ ਆਰਕ ਵਗੈਰਾ ਬਣਾਉਣ ਲਈ ਜੋ ਟੈਕਨੀਕਸ ਤੁਸੀਂ ਦੱਸੀਆਂ ਉਹ ਫੋਲੋ ਕਰਦੇ ਆ ਜੀ। ਔਰ ਕੀ ਇਹ ਸਕਿਨ ਜਿਵੇਂ ਆਪਣੀ ਤਿੰਨ ਤਰ੍ਹਾਂ ਦੀ ਮੇਨ ਸਕਿਨ ਰਹਿੰਦੀ ਆ ਇੰਡੀਅਨਸ ਦੀ, ਜਿਵੇਂ ਡਰਾਈ ਸਕਿਨ ਹੋ ਗਈ, ਆਇਲੀ ਜਾਂ ਨਾਰਮਲ, ਸੋ ਉਹਦੇ ਲਈ ਵੀ ਕੀ ਥ੍ਰੈਡ ਹੀ ਜਿਹੜਾ ਹੈਗਾ ਜਾਂ ਇਹੀ ਜਿਹੜੀਆਂ ਚੀਜ਼ਾਂ ਆ ਵਰਤਣੀਆਂ ਚਾਹੀਦੀਆਂ ਜਾਂ ਕੁਝ ਐਕਸਟਰਾ ਐਫਰਟਸ ਨੇ ਜਿਹੜੇ ਐਡ ਕਰਨ ਦੀ ਲੋੜ ਪੈਂਦੀ ਹੈ? ਵੈਸੇ ਅਸੀਂ ਥ੍ਰੈਡ ਯੂਜ਼ ਕਰਦੇ ਹਾਂ, ਲੇਕਿਨ ਅਗਰ ਅਸੀਂ ਸਕਿਨ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਫਿਰ ਸਾਡੇ ਕੋਲ ਬਹੁਤ ਕੁਝ ਹੈ। ਸਭ ਤੋਂ ਜ਼ਿਆਦਾ ਜਿਸ ਤਰ੍ਹਾਂ ਹੁਣ ਐਟਮੋਸਫੇਅਰ ਚੇਂਜ ਹੁੰਦਾ ਪਿਆ ਆ ਤੇ ਬਹੁਤ ਪੋਲੂਸ਼ਨ ਆ, ਉਹਦੇ ਨਾਲ ਸਭ ਦੀ ਸਕਿਨ ਬਹੁਤ ਸੈਂਸਿਟਿਵ ਹੋ ਰਹੀ ਆ ਔਰ ਥ੍ਰੈਡ ਥੋੜਾ ਜਿਹਾ ਹਾਰਡ ਰਹਿੰਦਾ ਆ ਸੈਂਸਿਟਿਵ ਸਕਿਨ ਲਈ। ਉਹਦੇ ਲਈ ਅਸੀਂ ਫਿਰ ਵੈਕਸ ਯੂਜ਼ ਕਰ ਸਕਦੇ ਹਾਂ। ਉਹਨੂੰ ਅੱਛੀ ਤਰ੍ਹਾਂ ਸਟ੍ਰੈਚ ਕਰਵਾ ਕੇ ਫਿਰ ਅਸੀਂ ਕਰਦੇ ਹਾਂ ਕਿ ਉਹਦੇ ਲਈ ਸਾਡਾ ਕਿਤੇ ਵੀ ਕੱਟ ਨਾ ਲੱਗੇ, ਉਹਦੀ ਸਕਿਨ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ। ਅਸੀਂ ਪਾਊਡਰ ਪਹਿਲਾਂ ਯੂਜ਼ ਕਰਦੇ ਹਾਂ ਕਿ ਥੋੜੀ ਜਿਹੀ ਡਰਾਈ ਹੋ ਜਾਏ, ਕਿ ਹੇਅਰ ਜਿਹੜੇ ਆ ਚਿਪਕੇ ਹੋਏ ਹੁੰਦੇ ਆ ਸਕਿਨ ਦੇ ਆਪਣੇ ਮੋਇਸਚਰ ਦੇ ਨਾਲ ਤੇ ਉਹ ਆਸਾਨੀ ਨਾਲ ਨਿਕਲ ਸਕਣ। ਅਗਰ ਨਹੀਂ ਤੇ ਫਿਰ ਅਸੀਂ ਕਲਾਇੰਟ ਨੂੰ ਅੱਛੀ ਤਰ੍ਹਾਂ ਸਟ੍ਰੈਚ ਕਰਵਾ ਕੇ ਉਹਨਾਂ ਦੀ ਸਕਿਨ ਲੂਜ਼ ਹੋਈ ਆ ਜਾਂ ਸੈਂਸਿਟਿਵ ਆ, ਅੱਛੀ ਤਰ੍ਹਾਂ ਟਾਈਟ ਕਰਵਾ ਕੇ ਫਿਰ ਅਸੀਂ ਥ੍ਰੈਡ ਯੂਜ਼ ਕਰਦੇ ਹਾਂ ਜੀ। ਔਰ ਕਈਆਂ ਦੇ ਲਈ ਇਹ ਕਾਫੀ ਪੇਨਫੁਲ ਵੀ ਰਹਿੰਦਾ ਹੈਗਾ ਆਈਬ੍ਰੋਜ਼ ਨੂੰ ਕਰਾਉਣਾ, ਸੋ ਉਹਦੇ ਲਈ ਤੁਸੀਂ ਕੀ ਕਰਦੇ ਆ? ਪੇਨਫੁਲ ਤਾਂ ਉਹਦੇ ਲਈ ਅੱਛੀ ਤਰ੍ਹਾਂ ਸਟ੍ਰੈਚ ਕਰਨਾ ਹੀ ਜ਼ਰੂਰੀ ਆ। ਬਾਕੀ ਕਰਨ ਵਾਲੇ ਤੇ ਡਿਪੈਂਡ ਹੁੰਦਾ ਆ ਕਿ ਅਸੀਂ ਕਿੰਨੇ ਪ੍ਰੈਸ਼ਰ ਨਾਲ ਕਰਨਾ ਆ ਕਿ ਉਹਨੂੰ ਪੇਨ ਫੀਲ ਨਾ ਹੋਏ। ਜੇ ਅਸੀਂ ਉੱਪਰੋਂ ਉਹਨੂੰ ਸਟ੍ਰੈਚ ਕਰਦੇ ਆ ਤੇ ਫਿਰ ਕਲਾਇੰਟ ਪੇਨ ਫੀਲ ਕਰਦਾ ਹੈ। ਜੇ ਅਗਰ ਅਸੀਂ ਉਹਨੂੰ ਸਕਿਨ ਦੇ ਨਾਲ ਟੱਚ ਕਰਕੇ ਉਹਦਾ ਰੂਟ ਨਿਕਾਲਦੇ ਆ ਫਿਰ ਬਿਲਕੁਲ ਪੇਨ ਨਹੀਂ ਕਰਦਾ ਜੀ। ਸੋ ਸੰਦੀਪ ਜੀ, ਥ੍ਰੈਡਿੰਗ ਦੀ ਅਸੀਂ ਗੱਲ ਕਰ ਰਹੇ ਹੈਗੇ, ਸੋ ਇੱਕ ਵਾਰੀ ਮੈਂ ਚਾਹੁੰਦੀ ਆਪਾਂ ਇਹਨਾਂ ਦੇ ਪ੍ਰਿਆ ਜੀ ਦੇ ਜਿਹੜਾ ਹੈਗਾ ਥ੍ਰੈਡਿੰਗ ਕਰਕੇ ਦੱਸੀਏ ਤਾਂ ਕਿ ਜਿਹੜੇ ਹੋਰ ਕਲਾਇੰਟਸ ਜਿਹੜੇ ਆਪਣੇ ਸਲੂਨਸ ਦੇ ਵਿੱਚ ਜਾਂਦੇ ਹੈਗੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਸਹੀ ਥ੍ਰੈਡਿੰਗ ਹੋ ਸਕਦੀ ਹੈ। ਹਾਂਜੀ, ਥ੍ਰੈਡਿੰਗ ਦੇ ਲਈ ਸਾਨੂੰ ਇੱਕ ਥ੍ਰੈਡ ਚਾਹੀਦਾ ਆ ਜੀ। ਅਸੀਂ ਇਹਦੇ ਲਈ ਟੈਲਕਮ ਪਾਊਡਰ ਯੂਜ਼ ਕਰਦੇ ਆ ਜੀ, ਔਰ ਇੱਕ ਅਸੀਂ ਕਟਿੰਗ ਲਈ ਇੱਕ ਸੀਜ਼ਰ ਛੋਟੀ ਵਾਲੀ ਯੂਜ਼ ਕਰਦੇ ਆ ਜੀ। ਦੈਟਸ ਇਟ। ਔਰ ਪਲੱਕਰ ਵਗੈਰਾ ਵੀ ਮੈਂ ਕਈ ਜਗ੍ਹਾ ਤੇ ਦੇਖਿਆ ਹੈਗਾ, ਉਹਨਾਂ ਦੇ ਕੋਲ ਪਲਕਿੰਗ ਵੀ ਕੀਤੀ ਜਾਂਦੀ ਹੈਗੀ ਹੈ। ਉਹ ਫਿਰ ਡਿਪੈਂਡ ਕਰਦਾ, ਅਗਰ ਕੋਈ ਹੇਅਰ ਨਹੀਂ ਨਿਕਲਦੇ, ਕੋਈ ਵਾਲ ਛੋਟੇ ਹੁੰਦੇ ਆ ਫਿਰ ਅਸੀਂ ਪਲਕਿੰਗ ਕਰਦੇ ਆ, ਅਦਰਵਾਈਜ਼ ਅਸੀਂ ਥ੍ਰੈਡ ਯੂਜ਼ ਕਰਕੇ ਕੰਪਲੀਟ ਕਰ ਸਕਦੇ ਆ। ਜੀ ਮੈਮ ਜੀ। ਸੋ ਮੈਂ ਚਾਹੁੰਦੀ ਤੁਸੀਂ ਪ੍ਰਿਆ ਜੀ ਦੇ ਇੱਕ ਵਾਰ ਕਰਕੇ ਜਿਹੜਾ ਹੈਗਾ ਜ਼ਰੂਰ ਦੱਸੋ। ਸੋ ਤੁਸੀਂ ਦੇਖ ਸਕਦੇ ਆ ਕਿ ਇਹਦੇ ਲਈ ਇਹਨਾਂ ਨੇ ਜਿਹੜਾ ਥੋੜਾ ਜਿਹਾ ਨੈਕ ਤੋਂ ਜਿਹੜਾ ਹੈਗਾ ਪਿੱਛੇ ਨੂੰ ਜਿਹੜਾ ਹੈਗਾ ਉਹ ਕਰਨਾ ਹੈਗਾ ਤਾਂ ਕਿ ਉਹ ਜਿਹੜਾ ਖਿੱਚ ਜਿਹੜੀ ਹੈਗੀ ਆ ਉਹ ਪਵੇ। ਸੋ ਇਹਨਾਂ ਦੀ ਸਕਿਨ ਜਿਹੜੀ ਨਾਰਮਲ ਸਕਿਨ ਹੈ ਉਹਦੇ ਤੇ ਤੁਹਾਨੂੰ ਪਾਊਡਰ ਲਗਾਉਣ ਦੀ ਜ਼ਰੂਰਤ ਨਹੀਂ ਪਈ ਹੈਗੀ। ਹਾਂਜੀ। ਸੋ ਇਹ ਉਹ ਬਿਨਾਂ ਜਿਹੜਾ ਪਾਊਡਰ ਤੋਂ ਹੇਅਰ ਜਿਹੜੇ ਹੈਗੇ ਆ ਨਿਕਲ ਰਹੇ ਹੈਗੇ। ਪਰ ਕਈਆਂ ਦੇ ਜਿਵੇਂ ਬਹੁਤ ਬਰੀਕ ਹੇਅਰ ਹੁੰਦੇ ਆ ਮੈਮ, ਤਾਂ ਉਹ ਫਿਰ ਕਿਵੇਂ ਤੁਸੀਂ ਕੱਢਦੇ ਹੈਗੇ? ਉਹਦੇ ਲਈ ਅਸੀਂ ਪਾਊਡਰ ਲਗਾਉਂਦੇ ਆ ਜੀ। ਔਰ ਜਿਵੇਂ ਕੱਟ ਨਾ ਲੱਗੇ ਇਹਦੇ ਲਈ ਕਿਹੜੀਆਂ ਚੀਜ਼ਾਂ? ਇਹਦੇ ਲਈ ਬਸ ਟਾਈਟ ਸਟ੍ਰੈਚ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਆਈਜ਼ ਜਿਹੜੀਆਂ ਆ ਬਹੁਤ ਸੈਂਸਿਟਿਵ ਹੁੰਦੀਆਂ ਆ, ਬਹੁਤ ਇੱਕ ਸੈਂਸਿਟਿਵ ਪਾਰਟ ਆ ਸਾਡੇ ਫੇਸ ਦਾ। ਇਹਨੂੰ ਅਸੀਂ ਟਾਈਟ ਸਟ੍ਰੈਚ ਕਰਦੇ ਆ ਇੱਥੋਂ ਕਿ ਮਤਲਬ ਜਦੋਂ ਇਹ ਵਾਲੀ ਸਕਿਨ ਲੂਜ਼ ਹੋ ਜਾਂਦੀ ਹੈ ਨਾ, ਫਿਰ ਇਹ ਵਾਲੀ ਸਕਿਨ ਜਿਹੜੀ ਆ ਉਹ ਸਾਡੇ ਥ੍ਰੈਡ ਦੇ ਵਿੱਚ ਆ ਕੇ ਨਿਕਲਦੀ ਆ, ਉਹਨੂੰ ਅਸੀਂ ਕੱਟ ਬੋਲਦੇ ਆ ਤੇ ਕਈ ਵਾਰ ਉਹਦੇ ਵਿੱਚੋਂ ਬਲੱਡ ਵੀ ਆ ਜਾਂਦਾ ਆ। ਲੇਕਿਨ ਕੋਈ ਇੰਨਾ ਉਹ ਨਹੀਂ ਹੁੰਦਾ, ਹਲਕਾ ਜਿਹਾ ਅਗਰ ਬਲੱਡ ਆ ਵੀ ਜਾਂਦਾ ਆ, ਕੱਟ ਲੱਗਦਾ ਵੀ ਆ, ਤੇ ਅਸੀਂ ਉਹਦੇ ਲਈ ਕੋਈ ਵੀ ਐਂਟੀਸੈਪਟਿਕ ਯੂਜ਼ ਕਰ ਸਕਦੇ ਆ, ਕੋਈ ਮੋਇਸਚਰਾਈਜ਼ਰ ਕਰੀਮ ਯੂਜ਼ ਕਰ ਸਕਦੇ ਆ, ਕੋਈ ਇਹਨਾਂ ਡੀਪ ਕੱਟ ਨਹੀਂ। ਲੇਕਿਨ ਇਹ ਸਕਿਨ ਬਹੁਤ ਸੈਂਸਿਟਿਵ ਹੁੰਦੀ ਹੈ ਤੇ ਇਹਨੂੰ ਸਟ੍ਰੈਚ ਅੱਛੀ ਤਰ੍ਹਾਂ ਕਰਵਾ ਕੇ, ਅਗਰ ਕਲਾਇੰਟ ਨੂੰ ਸਟ੍ਰੈਚ ਕਰਨ 'ਚ ਪ੍ਰੋਬਲਮ ਹੁੰਦੀ ਆ ਤੇ ਅਸੀਂ ਕਿਸੇ ਹੋਰ ਬੰਦੇ ਦੀ ਹੈਲਪ ਲੈ ਸਕਦੇ ਆ ਸਟ੍ਰੈਚ ਕਰਵਾਉਣ ਦੇ ਲਈ। ਜੀ ਜੀ ਬਿਲਕੁਲ। ਜੇਕਰ ਮੈਂ ਹੁਣ ਇੱਥੇ ਗੱਲ ਕਰਾਂ ਤਾਂ ਆਪਾਂ ਆਈਬ੍ਰੋਜ਼ ਦੀ ਜੇ ਗੱਲ ਕਰੀਏ, ਕਿਉਂਕਿ ਉੱਪਰ ਆ ਕੇ ਤਾਂ ਫੋਰਹੈਡ ਹੇਅਰ ਵੀ ਹੋ ਗਏ, ਉਹ ਵੀ ਕੱਢਣੇ ਪੈਂਦੇ ਆ, ਪਰ ਆਈਬ੍ਰੋਜ਼ ਲਈ ਕਿੱਥੋਂ ਤੱਕ ਜਿਹੜੇ ਹੈਗੇ ਆਪਾਂ ਨੂੰ ਹੇਅਰ ਜਿਹੜੇ ਕੱਢਣੇ ਚਾਹੀਦੇ ਆ? ਆਈਬ੍ਰੋਜ਼ ਦੇ ਜਿਹੜੇ ਹੇਅਰ ਹੁੰਦੇ ਆ ਇਹ ਇੰਨਾ ਹੀ ਪਾਰਟ ਆ ਸਾਡੇ ਆਈਬ੍ਰੋਜ਼ ਦਾ ਜੀ। ਠੀਕ ਹੈ, ਆਹ ਵਾਲੇ ਹੇਅਰ ਹੁੰਦੇ ਆ, ਸਾਨੂੰ ਦੇਖ ਕੇ ਪਤਾ ਚੱਲ ਜਾਂਦਾ ਆ ਕਿ ਕਿਹੜੇ ਹੇਅਰ ਹੈ ਆ ਜਿਹੜੇ ਆਈਬ੍ਰੋਜ਼ ਦੇ ਏਰੀਆ 'ਚ ਆਉਂਦੇ ਆ। ਕਈ ਵਾਰ ਜ਼ਰੂਰੀ ਨਹੀਂ ਆ ਸਾਰੇ ਆਈਬ੍ਰੋਜ਼ ਦੇ ਨਾਲ ਫੋਰਹੈਡ ਕਰਾਉਂਦੇ ਆ, ਕਈ ਕਲਾਇੰਟਸ ਹੁੰਦੇ ਆ ਜਿਹੜੇ ਫੋਰਹੈਡ ਨਹੀਂ ਕਰਾਉਂਦੇ, ਫਿਰ ਸਾਨੂੰ ਉਹਨਾਂ ਦੇ ਹਿਸਾਬ ਨਾਲ ਦੇਖਣਾ ਪੈਂਦਾ ਕਿ ਆਈਬ੍ਰੋਜ਼ ਤੋਂ ਥੋੜਾ ਉੱਪਰ ਤੱਕ ਹੀ ਹੋਵੇ, ਪੂਰਾ ਫੋਰਹੈਡ ਵਾਲੇ ਹੇਅਰ ਨਾ ਨਿਕਲਣ।
ਜੀ। ਸੋ ਮੈਮ ਇੱਕ ਜਿਵੇਂ ਤੁਸੀਂ ਦੱਸਿਆ ਕਿ ਆਰਕ ਵਾਲੀ ਸ਼ੇਪ ਹੈਗੀ ਆ, ਹੋਰ ਕਿਹੜੀਆਂ ਸ਼ੇਪਸ ਜਿਹੜੀਆਂ ਨੇ ਥ੍ਰੈਡਿੰਗ ਦੇ ਦੌਰਾਨ ਜਾਂ ਮੈਂ ਕਹਾਂ ਅੱਜ ਕੱਲ੍ਹ ਜਿਹੜੀਆਂ ਹੈਗੀਆਂ ਨੇ ਬਣਾਈਆਂ ਜਾਂਦੀਆਂ ਨੇ, ਜਿਵੇਂ ਗੁਲਾਈ ਦੇ ਵਿੱਚ ਵੀ? ਸ਼ੇਪਸ ਜਿਹੜੀਆਂ ਹੁੰਦੀਆਂ ਸਾਡੀਆਂ ਉਹ ਆਈਜ਼ ਦੇ ਅਕੋਰਡਿੰਗ ਹੁੰਦੀਆਂ। ਸਾਡੀਆਂ ਆਈਜ਼ ਬੜੇ ਤਰ੍ਹਾਂ ਦੀਆਂ ਹੁੰਦੀਆਂ ਆ, ਜਿੱਦਾਂ ਕਿ ਸਮਾਲ ਆਈਜ਼ ਹੁੰਦੀਆਂ, ਹੁਡਡ ਆਈਜ਼ ਹੁੰਦੀਆਂ ਆ, ਡਰੂਪੀ ਆਈਜ਼ ਹੁੰਦੀਆਂ। ਡਰੂਪੀ ਆਈਜ਼ ਸਾਡੀਆਂ ਬੈਕ ਤੋਂ ਜਿਹੜੀਆਂ ਡਾਊਨ ਆਈਜ਼ ਹੁੰਦੀਆਂ ਆ। ਇਹਨਾਂ ਦੀਆਂ ਆਈਜ਼ ਤਾਂ ਬਹੁਤ ਪ੍ਰੋਮੀਨੈਂਟ ਆ, ਹਰ ਇੱਕ ਪਾਰਟ ਦਿਖਦਾ ਪਿਆ। ਲੇਕਿਨ ਜਦੋਂ ਏਜ ਵੱਧਦੀ ਜਾਂਦੀ ਆ, ਲੇਡੀਜ਼ ਦੀ ਸਕਿਨ ਜਿਹੜੀ ਆ ਉਹ ਲੂਜ਼ ਹੁੰਦੀ ਜਾਂਦੀ ਆ, ਇੱਥੋਂ ਬੈਕ ਤੋਂ ਲੂਜ਼ ਆ ਜਾਂਦੀ ਉਹਨਾਂ ਦੀ ਸਕਿਨ। ਫਿਰ ਅਸੀਂ ਜਦੋਂ ਉਹਨਾਂ ਦੇ ਆਈਬ੍ਰੋਜ਼ ਦੀ ਸ਼ੇਪ ਕਰਦੇ ਆ, ਅਸੀਂ ਬੈਕ ਤੋਂ ਜਿਹੜੀ ਲੈਂਥ ਸ਼ਾਰਟ ਕਰਦੇ ਆ ਔਰ ਲਿਫਟ ਕਰਕੇ ਰੱਖਦੇ ਆ, ਕਿਉਂਕਿ ਉਹਨਾਂ ਦੀ ਆਹ ਵਾਲੀ ਜਿਹੜੀ ਸਕਿਨ ਹੁੰਦੀ ਆ ਉਹ ਇੱਥੋਂ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ। ਜੀ ਜੀ। ਤੇ ਅਸੀਂ ਅਗਰ ਆਈਬ੍ਰੋਜ਼ ਦੀ ਲੈਂਥ ਜ਼ਿਆਦਾ ਰੱਖਦੇ ਆ, ਉਹਨਾਂ ਦੀ ਆਈਜ਼ ਜਿਹੜੀਆਂ ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਡਿਪੈਂਡ ਕਰਦਾ ਆ ਉਹਨਾਂ ਦੀਆਂ ਆਈਜ਼ ਕਿੱਦਾਂ ਦੀਆਂ ਆ। ਅਸੀਂ ਹਰ ਇੱਕ ਕਲਾਇੰਟ ਦੀਆਂ ਆਈਜ਼ ਦੇਖ ਕੇ ਅਗਰ ਉਹ ਡਰੂਪੀ ਆ ਤੇ ਉਹ ਲਿਫਟ ਲੱਗਣ, ਤੇ ਬੈਕ ਤੋਂ ਅਸੀਂ ਲੈਂਥ ਜਿਹੜੀ ਆ ਸ਼ਾਰਟ ਕਰਕੇ ਆਈਬ੍ਰੋਜ਼ ਕਰਦੇ ਆ। ਜੀ। ਸੋ ਮੈਮ ਮੇਕਅਪ ਦੇ ਨਾਲ ਕਿਵੇਂ ਅਸੀਂ ਜਿਹੜਾ ਹੈਗਾ ਆ ਭਰਵੱਟਿਆਂ ਦੀ ਖੂਬਸੂਰਤੀ ਨੂੰ ਨਿਖਾਰ ਸਕਦੇ ਆ? ਮੇਕਅਪ ਦੇ ਲਈ ਅਸੀਂ ਮੇਕਅਪ ਦੇ ਵਿੱਚ ਆਈਬ੍ਰੋ ਨੂੰ ਡਿਫਾਈਨ ਕਰਦੇ ਆ। ਉਹਦੇ ਲਈ ਸਾਡੇ ਕੋਲ ਬੜੇ ਸਾਰੇ ਪ੍ਰੋਡਕਟਸ ਹੁੰਦੇ ਆ, ਜਿੱਦਾਂ ਸਾਡੇ ਕੋਲ ਪਾਊਡਰ ਬੇਸ, ਕਰੀਮ ਬੇਸ ਪ੍ਰੋਡਕਟ ਹੁੰਦੇ ਆ, ਬੜੇ ਸਾਰੇ ਬ੍ਰਾਂਡ ਆਉਂਦੇ ਆ ਮੇਕਅਪ ਨੂੰ ਡਿਫਾਈਨ ਕਰਨ ਦੇ ਲਈ। ਇੱਦਾਂ ਇਹਦੇ ਵਿੱਚ ਅਸੀਂ ਸਕਿਨ ਦੇ ਹਿਸਾਬ ਨਾਲ ਕਲਰ ਯੂਜ਼ ਕਰਦੇ ਆ। ਇਹਦੇ ਵਿੱਚ ਸਾਡੇ ਕੋਲ ਪੈਲਟਸ ਹੁੰਦੇ ਆ, ਜਿਹਦੇ ਵਿੱਚ ਲਾਈਟ ਬਰਾਊਨ, ਡਾਰਕ ਬਰਾਊਨ, ਥੋੜਾ ਬਲੈਕ ਕਲਰ ਵੀ ਯੂਜ਼ ਕਰਦੇ ਆ ਸਕਿਨ ਦੇ ਅਕੋਰਡਿੰਗ। ਜਿੱਦਾਂ ਹੁਣ ਇਹਨਾਂ ਦਾ ਕਲਰ ਫੇਅਰ ਹੈ ਤੇ ਅਸੀਂ ਇਹਨਾਂ ਦੇ ਆਈਬ੍ਰੋਜ਼ ਕਾਲੇ ਨਹੀਂ ਕਰ ਸਕਦੇ, ਤੇ ਅਸੀਂ ਇਹਨਾਂ ਦੇ ਸਕਿਨ ਦੇ ਹਿਸਾਬ ਨਾਲ, ਅਸੀਂ ਇਹਨਾਂ ਦੇ ਹੇਅਰ ਦੇ ਕਲਰ ਦੇ ਨਾਲ ਮੈਚ ਕਰਕੇ ਆਈਬ੍ਰੋ ਡਿਫਾਈਨ ਕਰਾਂਗੇ। ਸੋ ਬਿਲਕੁਲ ਇੱਕ ਜਿਹੜਾ ਮਿਥ ਬਣਿਆ ਹੋਇਆ ਸੀ ਕਿ ਭਰਵੱਟੇ ਨੇ ਤੇ ਕਾਲੇ ਭਰਵੱਟੇ ਹੀ ਹੋਣੇ ਚਾਹੀਦੇ, ਇਦਾਂ ਕੁਝ ਨਹੀਂ ਹੈਗਾ। ਜੋ ਚਮੜੀ ਦਾ ਰੰਗ ਹੈਗਾ ਉਹਨੂੰ ਦੇਖ ਕੇ ਹੀ ਜਿਹੜਾ ਐਕਸਪਰਟ ਆ ਉਹਦੇ ਵੱਲੋਂ ਜਿਹੜਾ ਹੈ ਆਈਬ੍ਰੋਜ਼ ਨੂੰ ਜਿਹੜਾ ਹੈ ਉਹ ਬਣਾਇਆ ਜਾਂਦਾ। ਸੋ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਹਨਾਂ ਦੇ ਆਈਬ੍ਰੋਜ਼ ਦੇ ਵਿੱਚ ਫਿਲਿੰਗ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਬਰਾਊਨ ਕਲਰ ਦੇ ਵਿੱਚ। ਸੋ ਹੁਣ ਗੱਲ ਕਰੀਏ ਕੁਦਰਤ ਦੀ, ਕਿਉਂਕਿ ਕੁਦਰਤ ਨੇ ਸਾਨੂੰ ਹਰ ਇੱਕ ਤਰ੍ਹਾਂ ਦਾ ਸਮਾਧਾਨ ਜਿਹੜਾ ਹੈਗਾ ਦਿੱਤਾ ਹੋਇਆ। ਸੋ ਕੁਦਰਤੀ ਤੌਰ ਤੇ ਜਿਹੜੇ ਸਾਡੇ ਭਰਵੱਟੇ ਨੇ ਉਹ ਗਾੜੇ ਰਹਿਣ ਤੇ ਇਹਨਾਂ ਦੀ ਆਸੇ-ਪਾਸੇ ਦੀ ਜਿਹੜੀ ਸਕਿਨ ਆ ਉਹ ਵੀ ਸਹੀ ਰਹੇ, ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਫੇਸ ਦੇ ਲਈ ਤਾਂ ਸਾਨੂੰ ਮੋਇਸਚਰਾਈਜ਼ਰ ਲਗਾਉਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਸਾਡੀ ਸਕਿਨ ਹਾਈਡਰੇਟ ਰਹੇ। ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜਦੋਂ ਸਾਡੀ ਬੋਡੀ ਠੀਕ ਰਹੇਗੀ, ਹਾਈਡਰੇਟ ਰਹੇਗੀ, ਤਾਂ ਸਾਡੇ ਜਿਹੜਾ ਫੇਸ ਆ ਉਹ ਗਲੋ ਕਰਦਾ ਆ। ਤੇ ਜੇ ਅਸੀਂ ਆਈਬ੍ਰੋਜ਼ ਦੀ ਗੱਲ ਕਰੀਏ, ਉਹਦੀ ਗਰੋਥ ਲਈ ਅਸੀਂ ਯੂਜ਼ ਕਰਦੇ ਹਾਂ, ਅਸੀਂ ਘਰ ਵਿੱਚ ਦੁੱਧ ਦੀ ਮਲਾਈ ਯੂਜ਼ ਕਰ ਸਕਦੇ ਹਾਂ ਰਾਤ ਨੂੰ। ਉਹਦੇ ਨਾਲ ਸਾਡੇ ਜਿਹੜੇ ਆਈਬ੍ਰੋਜ਼ ਦੀ ਗਰੋਥ ਹੁੰਦੀ ਆ। ਉਸ ਤੋਂ ਬਾਅਦ ਅਸੀਂ ਕੈਸਟਰੋਲ ਆਇਲ ਯੂਜ਼ ਕਰਦੇ ਹਾਂ ਹੇਅਰ ਗਰੋਥ ਲਈ। ਜਿਹੜੇ ਅਸੀਂ ਆਇਲ ਯੂਜ਼ ਕਰਦੇ ਹਾਂ ਉਹ ਅਸੀਂ ਨਾਈਟ ਨੂੰ ਲਗਾ ਕੇ ਸੋ ਸਕਦੇ ਹਾਂ, ਤੇ ਉਹਦੇ ਨਾਲ ਸਾਡੇ ਆਈਬ੍ਰੋਜ਼ ਦੀ ਵੀ ਗਰੋਥ ਹੁੰਦੀ ਹੈ। ਸੋ ਮੈਮ ਮੈਂ ਚਾਹੁੰਦੀ ਜਾਂਦੇ ਤੁਸੀਂ ਤੁਹਾਡਾ ਕੋਈ ਪਰਸਨਲ ਟਿਪ, ਕਿਉਂਕਿ ਤੁਹਾਡੇ ਜਿਹੜੇ ਆਪਣੇ ਆਈਬ੍ਰੋਜ਼ ਨੇ ਬਹੁਤ ਹੀ ਸੋਹਣੇ ਨੇ, ਸੋ ਤੁਸੀਂ ਕਿਵੇਂ ਆਪਣੀ ਕੇਅਰ ਕਰਦੇ ਆ, ਕੋਈ ਉਹ ਵਾਲਾ ਟਿਪ ਜ਼ਰੂਰ ਸਾਂਝਾ ਕਰੋ। ਆਈਬ੍ਰੋਜ਼ ਦੇ ਲਈ ਸਾਨੂੰ ਆਪਣੀ ਸਕਿਨ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਆ। ਮੈਂ ਆਪਣੀ ਆਪਣੀ ਸਕਿਨ ਦੀ ਬਹੁਤ ਕੇਅਰ ਕਰਦੀ ਆ, ਨਾਈਟ ਰਿਪੇਅਰ ਕਰੀਮ ਯੂਜ਼ ਕਰਦੀ ਆ, ਔਰ ਮੈਂ ਆਈਬ੍ਰੋਜ਼ ਲਈ ਵੀ ਜਿਹੜਾ ਆ ਆਇਲ ਯੂਜ਼ ਕਰਦੀ ਆ, ਕਿਉਂਕਿ ਸਾਡੀ ਗਰੋਥ ਕਈ ਵਾਰ ਬਹੁਤ ਲਾਈਟ ਹੁੰਦੀ ਆ, ਦੂਰ ਹੁੰਦੀ ਆ, ਤੇ ਫਿਰ ਅਸੀਂ ਉਹਦੇ ਲਈ ਜਦੋਂ ਅਸੀਂ ਆਇਲ ਯੂਜ਼ ਕਰਦੇ ਆ ਤਾਂ ਉਹ ਗਰੋਥ ਜਿਹੜੀ ਆ ਪ੍ਰੋਪਰ ਹੋ ਜਾਂਦੀ ਆ। ਜੀ। ਸੋ ਮਤਲਬ ਤੁਸੀਂ ਘਰ ਦੇ ਵਿੱਚ ਜਿਹੜਾ ਪੂਰਾ ਧਿਆਨ ਰੱਖਦੇ ਆ ਆਪਣੇ? ਬਿਲਕੁਲ, ਔਰ ਸਭ ਨੂੰ ਕਰਨੀ ਚਾਹੀਦੀ ਆ। ਸਕਿਨ ਨੂੰ ਹਾਈਡਰੇਟ ਕਰਕੇ ਰੱਖਣਾ ਚਾਹੀਦਾ ਆ, ਬਹੁਤ ਪਾਣੀ ਪੀਣਾ ਚਾਹੀਦਾ, ਜਿਹਦੇ ਨਾਲ ਸਾਡਾ ਸਕਿਨ ਤੇ ਨੈਚੁਰਲ ਗਲੋ ਆਉਂਦਾ ਆ। ਜੀ। ਸੋ ਅੱਜ ਇੰਨੀ ਜਾਣਕਾਰੀ ਦੇਣ ਦੇ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸੰਦੀਪ ਜੀ। ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਸਾਡੇ ਨਾਲ ਸੰਦੀਪ ਜੀ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਘਰ ਦੇ ਵਿੱਚ ਵੀ ਕੁਦਰਤੀ ਤਰੀਕੇ ਦੇ ਨਾਲ ਜੋ ਆਪਣੀ ਭਰਵੱਟੇ ਨੇ ਉਹਨਾਂ ਦੀ ਖੂਬਸੂਰਤੀ ਨੂੰ ਨਿਖਾਰ ਸਕਦੇ ਹਾਂ। ਨਹੀਂ ਤਾਂ ਮਾਰਕੀਟ ਦੇ ਵਿੱਚ ਤਾਂ ਹੁਣ ਸਾਡੇ ਕੋਲ ਬਹੁਤ ਸਾਰੀਆਂ ਟੈਕਨੀਕਸ ਹੈ ਹੀ। ਸੋ ਤੁਸੀਂ ਦੇਖਦੇ ਰਹਿਣਾ ਹੈ ਡੀਡੀ ਪੰਜਾਬੀ ਤੇ ਦਿਖਦੇ ਰਹਿਣਾ ਹੈ ਖੂਬਸੂਰਤ। ਮੈਂ ਤੁਹਾਨੂੰ ਮਿਲਾਂਗੀ ਅਗਲੇ ਐਪੀਸੋਡ ਦੇ ਵਿੱਚ। ਫਿਲਹਾਲ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।